Attention Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 462ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦਾ ਬਾਕੀ ਦਾ ਹਿੱਸਾ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਹਾਂ। ਆਸਾ ਦੀ ਵਾਰ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ। ਬੜਾ ਹੀ ਸੋਹਣਾ ਕੀਰਤਨ ਵੀ ਇਸ ਪਾਠ ਦਾ ਹੁੰਦਾ ਹੈ। ਥੋੜ੍ਹੀ ਜਿਹੀ ਪਹਿਲਾਂ ਜਾਣਕਾਰੀ, ਇਸ ਵਾਰ ਦੀਆਂ 24 ਪੌੜੀਆਂ ਹਨ ਤੇ ਇਹਨਾਂ ਪੌੜੀਆਂ ਦੇ ਨਾਲ 59 ਸ਼ਲੋਕ ਹਨ। 59 ਆਸਾ ਦੀ ਵਾਰ ਦੀ ਜੋ ਗੁਰਬਾਣੀ ਹੈ, ਇਹਦੇ ਵਿੱਚ ਸਾਨੂੰ ਜਨੇਊ, ਸੂਤਕ, ਮੁਰਦੇ ਦੱਬਣੇ, ਚੌਂਕੇ ਦੀ ਸੁੱਚ ਤੇ ਰਾਸਾਂ ਆਦਿਕ ਦੇ ਬਾਰੇ 'ਚ ਬੜਾ ਹੀ ਕੁਝ ਸਿੱਖਣ ਨੂੰ ਮਿਲੇਗਾ। ਸਾਨੂੰ ਪਤਾ ਚੱਲੇਗਾ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਗੱਲਾਂ ਨਿਰੇ ਹੀ ਵਹਿਮ ਹਨ ਤੇ ਕਿਵੇਂ ਇਹਨਾਂ ਵੱਖ-ਵੱਖ ਵਰਤਾਰਿਆਂ ਦੇ ਨਾਲ ਜੁੜੇ ਹੋਏ ਡਰ ਜਾਂ ਉਹਨਾਂ ਤੋਂ ਹੋਣ ਵਾਲੇ ਫਾਇਦੇ ਅਸਲ ਦੇ ਵਿੱਚ ਇੱਕ ਭਰਮ ਭੁਲੇਖਾ ਹੈ। ਆਸਾ ਦੀ ਵਾਰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੁਆਰਾ ਲਿਖੀ ਗਈ ਹੈ। ਵਾਰ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਕੁਝ ਗੱਲਾਂ ਸਾਫ਼ ਜਿਹੀਆਂ ਨਜ਼ਰ ਆਉਂਦੀਆਂ ਨੇ ਕਿ ਗੁਰੂ ਸਾਹਿਬਾਨ ਜਿੱਥੇ-ਜਿੱਥੇ ਵੀ ਗਏ, ਜਿਨ੍ਹਾਂ ਲੋਕਾਂ ਦੇ ਨਾਲ ਉਹਨਾਂ ਦੀ ਧਰਮ ਚਰਚਾ ਹੋਈ, ਵਿਚਾਰ ਹੋਈ, ਉਸ ਆਧਾਰ 'ਤੇ ਹੀ ਇਸ ਗੁਰਬਾਣੀ ਦਾ ਉਚਾਰਨ ਹੋਇਆ ਹੈ। ਤੇ ਸ਼ਲੋਕ ਜੋ ਹਨ ਉਹ ਗੁਰੂ ਅਰਜਨ ਸਾਹਿਬ ਦੁਆਰਾ ਦਰਜ ਕੀਤੇ ਗਏ ਹਨ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ। ਸੋ ਇੰਨੀ ਕੁ ਜਾਣਕਾਰੀ ਸਾਨੂੰ ਲੱਗਿਆ ਕਿ ਜ਼ਰੂਰੀ ਹੈ ਤੇ ਹੁਣ ਆਪਾਂ ਗੁਰਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ੁਰੂਆਤ ਉਸ ਪਰਮਾਤਮਾ ਦੀ ਸਿਫਤ ਸਲਾਹ ਤੋਂ, ਉਸ ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰਨ ਤੋਂ। ਗੁਰੂ ਸਾਹਿਬ ਕਹਿੰਦੇ ਇੱਕ ਓੰਕਾਰ ਸਤਨਾਮ। ਇੱਕ ਦਾ ਮਤਲਬ ਕਿ ਉਹ ਪਰਮਾਤਮਾ ਇੱਕ ਹੈ। ਓੰਕਾਰ ਦਾ ਮਤਲਬ ਕਿ ਉਹ ਪਰਮਾਤਮਾ ਉਦੋਂ ਵੀ ਸੀ ਜਦੋਂ ਕੁਝ ਵੀ ਨਹੀਂ ਸੀ, ਉਹ ਇਸ ਵੇਲੇ ਵੀ ਹੈ ਤੇ ਉਹ ਉਦੋਂ ਵੀ ਹੋਵੇਗਾ ਜਦੋਂ ਕੁਝ ਵੀ ਨਹੀਂ ਹੋਵੇਗਾ। ਸਤਨਾਮ, ਉਹਦਾ ਨਾਮ ਸਤ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਕਰਤਾ ਪੁਰਖ, ਉਹ ਪਰਮਾਤਮਾ ਕਰਤਾ ਹੈ, ਇਸ ਸ੍ਰਿਸ਼ਟੀ ਦਾ ਰਚਨਹਾਰ ਹੈ, ਸਭਨਾਂ ਦੇ ਵਿੱਚ ਵਿਆਪਕ ਹੈ। ਨਿਰਭਉ ਨਿਰਵੈਰ, ਉਹ ਭੈ ਤੋਂ ਵੀ ਰਹਿਤ ਹੈ ਅਤੇ ਵੈਰ ਤੋਂ ਵੀ ਰਹਿਤ ਹੈ। ਅਕਾਲ ਮੂਰਤ, ਉਸ ਪਰਮਾਤਮਾ ਦੀ ਮੂਰਤ, ਉਹਦਾ ਸਰੂਪ ਅਕਾਲ ਹੈ, ਕਾਲ ਤੋਂ ਵੀ ਪਰੇ ਹੈ। ਮਨੁੱਖੀ ਸਰੀਰ ਜਾਂ ਹੋਰ ਵੀ ਜੀਵਾਂ ਦੇ ਜੋ ਸਰੀਰ ਹਨ ਉਹ ਸਮੇਂ ਦੇ ਨਾਲ ਢਲ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਮਰ ਜਾਂਦੇ। ਉਸ ਪਰਮਾਤਮਾ ਦਾ ਜੋ ਸਰੂਪ ਉਹ ਨਾਸ ਰਹਿਤ ਹੈ, ਸਮੇਂ ਦੇ ਨਾਲ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਅਕਾਲ ਮੂਰਤ ਅਜੂਨੀ ਸੈਭੰ, ਅਜੂਨੀ ਤੋਂ ਭਾਵ ਉਹ ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੈਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦ, ਪਰਮਾਤਮਾ ਦੀ ਸਮਝ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ। ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਜੀਵ ਨੂੰ ਮਿਲਦਾ ਹੈ। ਆਸਾ ਮਹਿਲਾ ਪਹਿਲਾ, ਵਾਰ ਸ਼ਲੋਕਾਂ ਨਾਲ। ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ। ਪਹਿਲੀ ਜੋ ਪੰਕਤੀ ਹੈ ਉਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਸਾ ਦੀ ਵਾਰ, ਇਹ ਵਾਰ ਸ਼ਲੋਕਾਂ ਸਮੇਤ ਹੈ ਤੇ ਸ਼ਲੋਕ ਵੀ ਮਹਿਲੇ ਪਹਿਲੇ ਜਾਣੀ ਗੁਰੂ ਨਾਨਕ ਸਾਹਿਬ ਦੇ ਲਿਖੇ ਗਏ ਹਨ। ਸਾਰੀ ਬਾਣੀ ਨੂੰ ਤਰਤੀਬ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਕੱਤਰ ਕਰਾਉਣ ਵਾਲੇ ਗੁਰੂ ਅਰਜਨ ਸਾਹਿਬ ਸਨ। ਵੱਖੋ ਵੱਖਰੇ ਸ਼ਬਦਾਂ ਅਤੇ ਬਾਣੀਆਂ ਦੇ ਮੁੱਢ ਵਿੱਚ ਸਿਰਲੇਖ ਵੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਲਿਖਾਏ। ਆਸਾ ਦੀ ਵਾਰ ਦੇ ਮੁੱਢ 'ਤੇ ਵੀ ਇਹ ਪੰਕਤੀ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਉਹਨਾਂ ਦੀ ਹੀ ਲਿਖਾਈ ਹੋਈ ਹੈ। ਉਹ ਆਪ ਹੀ ਲਿਖ ਰਹੇ ਨੇ ਕਿ ਇਸ ਵਾਰ ਦੇ ਨਾਲ ਸ਼ਲੋਕ ਵੀ ਅਸਾਂ ਮਹਿਲੇ ਪਹਿਲੇ ਕੇ ਲਿਖ ਦਿੱਤੇ। ਤੇ ਅਗਲੀ ਜੋ ਪੰਕਤੀ, ਟੁੰਡੇ ਅਸ ਰਾਜਾ ਕੀ ਧੁਨੀ, ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਹਦਾਇਤ ਕਰ ਰਹੇ ਨੇ, ਸੰਦੇਸ਼ ਦੇ ਰਹੇ ਨੇ ਕਿ ਆਸਾ ਦੀ ਵਾਰ ਜੋ ਹੈ ਟੁੰਡੇ ਰਾਜੇ ਅਸਰਾਜ ਦੀ ਵਾਰ ਦੀ ਸੁਰ ਉੱਤੇ ਗਾਉਣੀ ਹੈ। ਇਹ ਟੁੰਡਾ ਰਾਜਾ ਅਸਰਾਜ ਕੌਣ ਸੀ, ਇਹਦੇ ਬਾਰੇ ਵਿੱਚ ਆਪਾਂ ਜਾਣ ਲੈਂਦੇ ਹਾਂ। ਛੋਟੀ ਜਿਹੀ ਕਹਾਣੀ ਹੈ, ਸਾਖੀ ਹੈ। ਅਸਰਾਜ ਇੱਕ ਰਾਜੇ ਦਾ ਪੁੱਤਰ ਸੀ। ਉਸ ਰਾਜੇ ਦਾ ਨਾਮ ਸਾਰੰਗ ਸੀ। ਉਸ ਰਾਜੇ ਦੀ ਇਸਤਰੀ ਮਰ ਗਈ
ਤੇ ਪਿਛਲੀ ਉਮਰੇ ਉਸ ਰਾਜੇ ਨੇ ਹੋਰ ਵਿਆਹ ਕਰਵਾ ਲਿਆ। ਨਵੀਂ ਰਾਣੀ ਆਪਣੇ ਮਤਰੇਏ ਪੁੱਤਰ ਅਸਰਾਜ ਤੇ ਰੀਝ ਪਈ, ਭਾਵ ਕਿ ਰਾਣੀ ਦੇ ਮਨ ਵਿੱਚ ਅਸਰਾਜ ਦੇ ਪ੍ਰਤੀ ਕਾਮੁਕ ਖਿਆਲ ਆਉਣ ਲੱਗ ਗਏ। ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਵਾਹ ਨਾ ਚੱਲੀ, ਜਦੋਂ ਉਹ ਪੁੱਤਰ ਨੂੰ ਧਰਮ ਤੋਂ ਡੇਗਣ ਤੋਂ ਕਾਮਯਾਬ ਨਾ ਹੋਈ, ਤਾਂ ਉਸਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ ਤੇ ਰਾਜੇ ਨੇ ਕ੍ਰੋਧ ਵਿੱਚ ਆ ਕੇ ਆਪਣੇ ਹੀ ਪੁੱਤਰ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਰਾਜੇ ਦਾ ਜੋ ਵਜ਼ੀਰ ਸੀ ਉਹ ਸਿਆਣਾ ਸੀ। ਉਸਨੇ ਅਸਰਾਜ ਨੂੰ ਜਾਨੋਂ ਤਾਂ ਨਾ ਮਾਰਿਆ, ਪਰ ਉਸਦਾ ਇੱਕ ਹੱਥ ਕੱਟ ਕੇ ਉਹਨੂੰ ਸ਼ਹਿਰੋਂ ਬਾਹਰ ਕਿਸੇ ਉਜਾੜ ਵਿੱਚ ਇੱਕ ਖੂਹ 'ਤੇ ਛੱਡ ਦਿੱਤਾ। ਉੱਥੋਂ ਦੀ ਵਣਜਾਰਿਆਂ ਦਾ ਇੱਕ ਕਾਫਲਾ ਲੰਘਿਆ। ਉਹਨਾਂ ਵਿੱਚੋਂ ਇੱਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ। ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿੱਚੋਂ ਦੀ ਲੰਘੇ। ਉੱਥੇ ਅਸਰਾਜ ਇੱਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ। ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿੱਚ ਆਪਣੇ ਦਿਨ ਬਿਤਾਉਣ ਲੱਗ ਪਿਆ। ਸਮਾਂ ਪਾ ਕੇ ਉਸ ਸ਼ਹਿਰ ਦਾ ਰਾਜਾ ਸੰਤਾਨਹੀਨ ਹੀ ਮਰ ਗਿਆ। ਵਜ਼ੀਰਾਂ ਨੇ ਆਪੋ ਵਿੱਚ ਫੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ। ਅਸਰਾਜ ਦੇ ਭਾਗ ਜਾਗੇ। ਸਵੇਰੇ ਹੀ ਧੋਬੀ ਦਾ ਬਲਦ ਖੁੱਲ੍ਹ ਗਿਆ ਤੇ ਬਲਦ ਨੂੰ ਭਾਲਣ ਦੇ ਲਈ ਅਸਰਾਜ ਸਵੇਰੇ ਹੀ ਉੱਠ ਤੁਰਿਆ ਤੇ ਜਾ ਦਰਵਾਜ਼ਾ ਖੜਕਾਇਆ। ਚੰਗੇ ਭਾਗ ਤੇ ਉਹਨੂੰ ਉਹ ਰਾਜ ਮਿਲ ਗਿਆ, ਕਿਉਂਕਿ ਰਾਜੇ ਦਾ ਪੁੱਤਰ ਸੀ। ਰਾਜ ਪ੍ਰਬੰਧ ਵਾਲੇ ਸੰਸਕਾਰ ਉਹਦੇ ਵਿੱਚ ਮੌਜੂਦ ਸਨ। ਉਹਨੇ ਚੰਗੀ ਤਰ੍ਹਾਂ ਰਾਜ ਪ੍ਰਬੰਧ ਨੂੰ ਸੰਭਾਲ ਲਿਆ। ਕੁਝ ਸਮਾਂ ਪਾ ਕੇ ਗੁਆਂਢੀ ਦੇਸ਼ਾਂ ਦੇ ਵਿੱਚ ਕਾਲ ਪੈ ਗਿਆ, ਭੁੱਖਮਰੀ ਫੈਲ ਗਈ, ਅਨਾਜ ਦੀ ਥੁੜ ਹੋ ਗਈ। ਪਰ ਅਸਰਾਜ ਦੇ ਦੇਸ਼ ਵਿੱਚ ਕਿਸੇ ਪ੍ਰਕਾਰ ਦੀ ਕੋਈ ਥੁੜ ਨਹੀਂ ਸੀ। ਦੂਸਰੇ ਦੇਸ਼ਾਂ ਦੇ ਲੋਕ ਇਸ ਦੇ ਰਾਜ ਵਿੱਚੋਂ ਅੰਨ ਦਾਣਾ ਮੁੱਲ ਲੈਣ ਵਾਸਤੇ ਆਉਣ ਲੱਗ ਪਏ ਤੇ ਇਸੇ ਦੌਰਾਨ ਹੀ ਉਹਦੇ ਪਿਤਾ ਦਾ ਵਜ਼ੀਰ ਵੀ ਆਇਆ। ਸੁਭਾਵਿਕ ਹੀ ਅਸਰਾਜ ਨੇ ਵਜ਼ੀਰ ਨੂੰ ਪਛਾਣ ਲਿਆ। ਉਹ ਆਪਸ ਦੇ ਵਿੱਚ ਦੋਵੇਂ ਬੜੇ ਪ੍ਰੇਮ ਨਾਲ ਮਿਲੇ। ਅਸਰਾਜ ਨੇ ਵਜ਼ੀਰ ਦੀ ਬੜੀ ਸੇਵਾ ਕੀਤੀ। ਕੁਝ ਦਿਨ ਆਪਣੇ ਕੋਲ ਰੱਖ ਕੇ ਪਿਤਾ ਦੇ ਦੇਸ਼ ਵਾਸੀਆਂ ਵਾਸਤੇ ਬਹੁਤ ਸਾਰਾ ਅੰਨ ਭੇਟਾਂ ਦੇ ਤੌਰ 'ਤੇ ਦੇ ਦਿੱਤਾ, ਮੁੱਲ ਨਹੀਂ ਵੇਚਿਆ। ਵਜ਼ੀਰ ਨੇ ਵਾਪਸ ਆ ਕੇ ਇਹ ਸਾਰਾ ਬਿਰਤਾਂਤ ਰਾਜੇ ਨੂੰ ਦੱਸਿਆ ਤੇ ਪ੍ਰੇਰਿਆ ਕਿ ਆਪਣੇ ਪੁੱਤਰ ਨੂੰ ਆਪਣਾ ਰਾਜ ਵੀ ਸੌਂਪ ਦੇਵੇ। ਰਾਜੇ ਨੂੰ ਆਪਣੇ ਪੁੱਤਰ ਦੇ ਨੇਕ ਆਚਰਣ ਦਾ ਪਤਾ ਲੱਗ ਗਿਆ। ਉਸਨੇ ਆਪਣੇ ਵਜ਼ੀਰ ਦੀ ਇਹ ਭਲੀ ਸਲਾਹ ਮੰਨ ਲਈ ਤੇ ਆਪਣੇ ਪੁੱਤਰ ਨੂੰ ਸਦਵਾ ਕੇ ਆਪਣਾ ਰਾਜ ਉਹਦੇ ਹਵਾਲੇ ਕਰ ਦਿੱਤਾ। ਜਦ ਰਾਜ ਸੌਂਪਿਆ ਗਿਆ, ਪੁੱਤਰ ਦੀ ਘਰ ਵਾਪਸੀ ਹੋਈ ਤਾਂ ਢਾਡੀਆਂ ਨੇ ਇਹ ਸਾਰਾ ਬਿਰਤਾਂਤ ਵਾਰ ਦੇ ਵਿੱਚ ਜੋੜ ਕੇ ਦਰਬਾਰ ਦੇ ਵਿੱਚ ਗਾਇਆ ਤੇ ਇਨਾਮ ਹਾਸਲ ਕੀਤੇ। ਤਦੋਂ ਤੋਂ ਢਾਡੀ ਇਹ ਵਾਰ ਗਾਉਂਦੇ ਆ ਰਹੇ ਤੇ ਸਤਿਗੁਰੂ ਨੇ ਸਾਨੂੰ ਕਿਹਾ ਕਿ ਆਸਾ ਦੀ ਵਾਰ ਉਸੇ ਵਾਰ ਦੀ ਸੁਰ ਉੱਤੇ ਗਾਉਣੀ ਹੈ। ਪਰਮਾਤਮਾ ਮਿਹਰ ਕਰੇ, ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਇਸ ਵਾਰ ਨੂੰ ਗਾ ਕੇ ਹੀ ਵਿਆਖਿਆ ਕਰਨ ਦੀ। ਭੁੱਲ ਚੁੱਕ ਦੇ ਲਈ ਸਤਿਗੁਰੂ ਜੀ ਆਪ ਬਖਸ਼ਣਹਾਰ ਹਨ। ਸਤਿਗੁਰੂ ਦੀ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਸ਼ਲੋਕ ਮਹਿਲਾ ਪਹਿਲਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਸਾਹਿਬ ਕਹਿੰਦੇ, ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਦਕੇ ਹੁੰਦਾ ਹਾਂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਇੱਕ ਦਿਹਾੜੀ ਦੇ ਵਿੱਚ 100 ਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ ਰਤਾ ਚਿਰ ਨਾ ਲੱਗਾ। ਮਹਿਲਾ ਦੂਜਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਜੇ 100 ਚੰਦਰਮਾ ਚੜ੍ਹਨ, ਹਜ਼ਾਰਾਂ ਸੂਰਜ ਚੜ੍ਹਨ, ਜੇ ਇਤਨੇ ਵੀ ਚਾਨਣ ਹੋ ਜਾਵਣ, ਗੁਰੂ ਤੋਂ ਬਿਨਾਂ ਤਾਂ ਵੀ ਘੁੱਪ ਹਨੇਰਾ ਹੈ। ਇਹ ਸਾਰੇ ਚਾਨਣ ਸਰੀਰਕ ਹੋਣਗੇ। ਚੰਦਰਮਾ ਦਾ ਚਾਨਣ, ਸੂਰਜ ਦਾ ਪ੍ਰਕਾਸ਼ ਸਾਡੇ ਮਨ ਵਿੱਚ ਚਾਨਣ ਨਹੀਂ ਕਰ ਸਕਦਾ, ਸਾਡੀ ਆਤਮਾ ਨੂੰ ਰੌਸ਼ਨ ਨਹੀਂ ਕਰ ਸਕਦਾ। ਸਾਡੇ ਮਨ ਵਾਸਤੇ, ਸਾਡੀ ਆਤਮਾ ਵਾਸਤੇ ਗਿਆਨ ਹੀ ਇੱਕੋ ਇੱਕ ਚਾਨਣ ਦਾ ਸਰੋਤ ਹੈ। ਇਹ ਗਿਆਨ ਗੁਰੂ ਤੋਂ ਹਾਸਲ ਹੁੰਦਾ ਹੈ। ਇਸੇ ਕਰਕੇ ਗੁਰੂ ਬਿਨਾਂ ਘੁੱਪ ਹਨੇਰਾ ਹੈ। ਬੇਸ਼ੱਕ
100 ਚੰਦਰਮਾ ਤੇ ਹਜ਼ਾਰਾਂ ਸੂਰਜ ਆਪਣੀ ਰੌਸ਼ਨੀ ਕਰ ਰਹੇ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 462ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਇੱਥੇ ਹੀ ਸਮਾਪਤ ਹੁੰਦੀ ਹੈ ਜੀ। ਆਸਾ ਦੀ ਵਾਰ 475ਵੇਂ ਅੰਗ ਤੱਕ ਚੱਲਣੀ ਹੈ। ਸੋ ਅਗਲੀਆਂ ਕੁਝ ਵੀਡੀਓਜ਼ ਜੋ ਹਨ ਉਹ ਆਪਾਂ ਇਸੇ ਪ੍ਰਕਾਰ ਹੀ ਗੁਰਬਾਣੀ ਦਾ ਗਾਇਨ ਕਰਕੇ ਸਰਵਣ ਕਰਾਂਗੇ। ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।